ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਮਾਡਰਨ ਹਿਸਟਰੀ ਨੂੰ ਕੰਪਲੀਟ ਕਰਨ ਦੇ ਲਈ ਇੱਕ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ, ਜਿਹਦਾ ਅੱਜ ਆਪਾਂ 13 ਲੈਕਚਰ ਡਿਸਕਸ ਕਰਾਂਗੇ। ਆਲਰੇਡੀ ਆਪਾਂ ਬਹੁਤ ਸਾਰਾ ਕੰਟੈਂਟ ਮਾਡਰਨ ਹਿਸਟਰੀ ਦਾ ਕਰਦੇ ਆ ਚੁੱਕੇ ਹਾਂ। ਫਸਟਲੀ ਆਪਾਂ ਇਡਵੈਂਟ ਆਫ ਯੂਰਪੀਅਨ ਪਾਵਰਸ ਦੇਖਿਆ ਸੀ ਕਿ ਡਿਫਰੈਂਟ ਯੂਰਪੀਅਨ ਪਾਵਰਸ ਕਿਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਆਈਆਂ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਡਿਫਰੈਂਟ ਬੈਟਲਸ ਲੜੀਆਂ ਤੇ ਇੰਡੀਆ ਦੇ ਵਿੱਚ 200 ਸਾਲ ਤੱਕ ਰਾਜ ਕੀਤਾ। ਉਸ ਤੋਂ ਬਾਅਦ ਆਪਾਂ 1857 ਦਾ ਰਿਵੋਲਟ ਵੀ ਪੜ੍ਹ ਚੁੱਕੇ ਹਾਂ ਤੇ ਫਿਰ ਆਪਾਂ ਦੇਖਿਆ ਕਿ 1857 ਤੋਂ ਬਾਅਦ ਦਾ ਜੋ ਟਾਈਮ ਪੀਰੀਅਡ ਹੈ ਇੰਡੀਆ ਦੇ ਵਿੱਚ ਕਿਸ ਤਰੀਕੇ ਦਾ ਚੱਲ ਰਿਹਾ ਹੈ, ਇੰਡੀਆ ਦੇ ਵਿੱਚ ਕੀ ਹੋ ਰਿਹਾ ਸੀ। ਇੰਡੀਅਨ ਨੈਸ਼ਨਲ ਕਾਂਗਰਸ ਬਾਰੇ ਆਪਾਂ ਪੜ੍ਹਿਆ ਕਿ 1857 ਤੋਂ ਬਾਅਦ ਇੰਡੀਆ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ, ਜਿਹਦੇ ਡਿਫਰੈਂਟ ਫੇਸਿਸ ਸੀ। ਫਸਟਲੀ ਆਪਾਂ ਡਿਸਕਸ ਕੀਤਾ ਸੀ ਉਹਦੇ ਮੋਡਰੇਟ ਫੇਸ ਦਾ। 1885 ਤੋਂ ਲੈ ਕੇ 1905 ਦਾ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੋਡਰੇਟ ਲੀਡਰਸ, ਉਹਨਾਂ ਦੀ ਡਿਮਾਂਡਸ ਨੂੰ ਪੂਰਾ ਕਰਨ ਦੇ ਲਈ ਜਿਹੜੇ ਮੈਥਡਸ ਅਪਣਾਏ ਗਏ ਸੀ, ਉਹਨਾਂ ਸਭ ਚੀਜ਼ਾਂ ਬਾਰੇ ਆਪਾਂ ਡਿਸਕਸ ਕੀਤਾ। ਕਿਹੜੀਆਂ ਉਹਨਾਂ ਦੀਆਂ ਡਿਮਾਂਡਸ ਨੂੰ ਮੰਨਿਆ ਗਿਆ ਸੀ ਤੇ ਕਿਹੜੀਆਂ ਉਹਨਾਂ ਦੀਆਂ ਡਿਮਾਂਡਸ ਸੀ ਜੋ ਅਧੂਰੀਆਂ ਰਹਿ ਗਈਆਂ ਸੀ। ਸੋ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਮੋਡਰੇਟਸ ਦੀ ਜੋ ਇੱਕ ਰਿਸਪੈਕਟ ਸੀ ਜਾਂ ਮੋਡਰੇਟਸ ਦੇ ਉੱਤੋਂ ਜੋ ਇੱਕ ਵਿਸ਼ਵਾਸ ਸੀ ਆਮ ਲੋਕਾਂ ਦਾ ਇੰਡੀਆ ਦਾ, ਉਹ ਕਿਸ ਵਜ੍ਹਾ ਕਰਕੇ ਉਹ ਜੋ ਟਰਸਟ ਸੀ ਉਹ ਖਤਮ ਹੋਇਆ ਸੀ। ਉਹ ਸਭ ਚੀਜ਼ਾਂ ਡਿਸਕਸ ਕਰਨ ਤੋਂ ਬਾਅਦ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੋਡਰੇਟਸ ਦੇ ਲਈ ਜੋ ਲੋਕਾਂ ਦੇ ਦਿਲਾਂ ਵਿੱਚ ਜੋ ਜਦੋਂ ਬਿਲੀਫ ਜੋ ਖਤਮ ਹੋਇਆ ਤਾਂ ਕਿਸ ਤਰੀਕੇ ਦੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਐਕਸਟ੍ਰੀਮਿਸਟ ਨੇ ਆਪਣਾ ਬਰਥ ਲਿਆ। ਸੋ ਇਹ ਮੋਡਰੇਟ ਐਕਸਟ੍ਰੀਮਿਸਟ ਇਹੀ ਹੋ ਗਿਆ। ਗਰਮ ਦਲ ਤੇ ਨਰਮ ਦਲ ਦੋਨਾਂ ਦੇ ਵਿੱਚ ਕੀ ਡਿਫਰੈਂਸ ਸੀ, ਕਿ ਉਹਨਾਂ ਦੀਆਂ ਡਿਮਾਂਡਸ ਦੇ ਵਿੱਚ ਜਾਂ ਉਹਨਾਂ ਦੇ ਮੈਥਡ ਦੇ ਵਿੱਚ ਕੀ ਡਿਫਰੈਂਸ ਸੀ, ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਪ੍ਰੀਵੀਅਸ ਲੈਕਚਰਸ ਦੇ ਵਿੱਚ। ਸੋ ਆਪਾਂ ਜੋ ਲਾਸਟ ਲੈਕਚਰ ਨੂੰ ਆਪਾਂ ਕੰਟੀਨਿਊ ਕਰਨਾ ਅੱਜ ਦੇ ਲੈਕਚਰ ਦੇ ਨਾਲ, ਤਾਂ ਆਪਾਂ ਦੇਖਾਂਗੇ ਕਿ ਲਾਸਟ ਲੈਕਚਰ ਆਪਾਂ ਛੱਡਿਆ ਕਿੱਥੇ ਸੀ। ਆਪਾਂ ਲਾਸਟ ਲੈਕਚਰ ਦੇ ਵਿੱਚ ਪੜ੍ਹਿਆ ਜਿਹੜੇ ਇੰਪੋਰਟੈਂਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੰਪੋਰਟੈਂਟ ਸੈਸ਼ਨਸ ਬਾਰੇ ਪੜ੍ਹਿਆ ਸੀ। ਆਪਾਂ ਪੜ੍ਹਿਆ 1905 ਵਾਲਾ ਸੈਸ਼ਨ, ਬਨਾਰਸ ਵਾਲਾ ਸੈਸ਼ਨ, 1906 ਕਲਕੱਤਾ ਸੈਸ਼ਨ, ਦਾਦਾ ਭਾਈ ਨੌਰੋਜੀ ਵਾਲਾ ਸੈਸ਼ਨ ਤੇ 1907 ਵਾਲਾ ਸੂਰਤ ਸਪਲਿਟ ਸੈਸ਼ਨ ਪੜ੍ਹਿਆ ਸੀ। ਸੋ ਇੱਥੇ ਆਪਾਂ ਦੇਖਿਆ ਕਿ ਸੂਰਤ ਸਪਲਿਟ ਸੈਸ਼ਨ ਤੋਂ ਤੁਸੀਂ, ਜਦੋਂ ਮੈਂ ਤੁਹਾਨੂੰ ਸੂਰਤ ਸਪਲਿਟ ਸੈਸ਼ਨ ਪੜ੍ਹਾਇਆ ਸੀ, ਕੀ ਹੋਇਆ ਸੂਰਤ ਸਪਲਿਟ ਸੈਸ਼ਨ ਦੇ ਵਿੱਚ, ਤਾਂ ਉਥੋਂ ਦੋ ਮੁੱਦੇ ਉੱਠ ਕੇ ਅੱਗੇ ਆਉਂਦੇ ਨੇ ਕਿ ਸੂਰਤ ਸਪਲਿਟ ਸੈਸ਼ਨ ਤੋਂ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬ੍ਰਿਟਿਸ਼ਰ ਸਾਡੇ ਉੱਤੇ ਰਾਜ ਕਰਦੇ ਸੀ ਜਾਂ ਕਿਹੜੀ ਪਾਲਿਸੀ ਨੂੰ ਉਹ ਯੂਜ਼ ਕਰਦੇ ਸੀ। ਮੈਂ ਲਾਸਟ ਸਲਾਈਡ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਵੱਲੋਂ ਯੂਜ਼ ਕੀਤੀ ਜਾਣ ਵਾਲੀ ਪਾਲਿਸੀ ਸੀ ਡਿਵਾਈਡ ਐਂਡ ਰੂਲ ਪਾਲਿਸੀ। ਠੀਕ ਹੈ ਜੀ, ਡਿਵਾਈਡ ਐਂਡ ਰੂਲ ਪਾਲਿਸੀ, ਕਿ ਇੰਡੀਅਨਸ ਨੂੰ ਪਹਿਲਾਂ ਤੋੜੋ, ਡਿਵਾਈਡ ਕਰੋ, ਇੱਕ ਦੂਜੇ ਨਾਲੋਂ ਅਲੱਗ ਕਰੋ ਤੇ ਫਿਰ ਇੰਡੀਅਨਸ ਦੇ ਉੱਤੇ ਰਾਜ ਕਰੋ। ਤੇ ਇਸ ਤੋਂ ਇਲਾਵਾ ਸੀ ਇੱਕ ਕੈਰਟ ਐਂਡ ਸਟਿਕ ਪਾਲਿਸੀ। ਠੀਕ ਹੈ ਜੀ, ਕੈਰਟ ਐਂਡ ਸਟਿਕ ਪਾਲਿਸੀ, ਜੇ ਤਾਂ ਕੋਈ ਉਹਨਾਂ ਦੇ ਨਾਲ ਚੰਗਾ ਬਿਹੇਵ ਕਰੇਗਾ ਤਾਂ ਉਹਨੂੰ ਕੈਰਟ ਮਿਲੇਗੀ, ਨਹੀਂ ਅਦਰਵਾਈਜ਼ ਉਹਨੂੰ ਸੋਟੀ ਮਿਲੇਗੀ। ਸੋ ਇਹ ਪਾਲਿਸੀਜ਼ ਕਿਸ ਤਰੀਕੇ ਦੇ ਨਾਲ ਜਾਂ ਕਿੱਥੇ ਯੂਜ਼ ਕੀਤੀਆਂ ਨੇ, ਉਹਨਾਂ ਚੀਜ਼ਾਂ ਬਾਰੇ ਅੱਜ ਪੜਾਂਗੇ ਕਿ ਡਿਵਾਈਡ ਐਂਡ ਰੂਲ ਪਾਲਿਸੀ ਜੋ ਬ੍ਰਿਟਿਸ਼ਰਸ ਵੱਲੋਂ ਇੰਡੀਆ ਵਿੱਚ ਯੂਜ਼ ਕੀਤੀ ਗਈ ਸੀ, ਡਿਵਾਈਡ ਐਂਡ ਰੂਲ ਪਾਲਿਸੀ ਉਹ ਕਿਹੜੀ ਜਗ੍ਹਾ ਤੇ ਯੂਜ਼ ਕੀਤੀ ਗਈ ਸੀ, ਤੇ ਕੈਰਟ ਐਂਡ ਸਟਿਕ ਪਾਲਿਸੀ ਕਿਸ ਤਰੀਕੇ ਦੇ ਨਾਲ ਉਹ ਇੰਡੀਆ ਦੇ ਵਿੱਚ ਯੂਜ਼ ਕਰਦੇ ਸਨ, ਉਹ ਚੀਜ਼ਾਂ ਆਪਾਂ ਅੱਜ ਪੜਾਂਗੇ। ਸੋ ਫਸਟਲੀ ਜੋ ਫਸਟ ਸਲਾਈਡ ਹੈ ਉਹ ਕੀ ਸ਼ੋ ਕਰਦੀ ਹੈ ਕਿ ਗਵਰਨਮੈਂਟ ਦਾ ਰਿਐਕਸ਼ਨ ਕੀ ਰਿਹਾ ਸੀ ਐਕਸਟ੍ਰੀਮਿਸਟ ਦੇ ਲਈ ਆਫਟਰ ਸੂਰਤ ਸਪਲਿਟ ਸੈਸ਼ਨ। ਜਦੋਂ ਸੂਰਤ ਸਪਲਿਟ ਸੈਸ਼ਨ ਹੋਇਆ ਸੀ, ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਸੂਰਤ ਸਪਲਿਟ ਸੈਸ਼ਨ ਦੇ ਵਿੱਚ ਜੋ ਮੋਡਰੇਟ ਸੀ ਉਹਨਾਂ ਨੇ ਕੁਝ ਕੁ ਲਾਲਚ ਦੇਤੇ ਸੀ, ਕੁਝ ਕੁ ਉਹਨਾਂ ਨੂੰ ਰਿਫਾਰਮਸ ਦੇਤੀਆਂ ਸੀ ਕਿ ਅਸੀਂ ਤੁਹਾਡੇ ਲਈ ਕਰਾਂਗੇ, ਜਿਸ ਨਾਲ ਜੋ ਮੋਡਰੇਟ ਲੀਡਰ ਸਨ ਬ੍ਰਿਟਿਸ਼ ਸਰਕਾਰ ਦੇ ਅੱਗੇ ਝੁਕੇ ਰਹਿਣ ਤੇ ਉਹਨਾਂ ਦੇ ਉੱਤੇ ਟਰਸਟ ਬਣਾਈ ਰੱਖਣ, ਆਪਣਾ ਵਿਸ਼ਵਾਸ ਕਾਇਮ ਰੱਖਣ। ਤੇ ਉਸ ਤੋਂ ਉਲਟ ਉਹਨਾਂ ਨੇ ਐਕਸਟ੍ਰੀਮਿਸਟ ਜਿਹੜੇ ਲੀਡਰ ਸੀ ਜੋ ਬ੍ਰਿਟਿਸ਼ਰਸ ਦੇ ਅਗੇਂਸਟ ਖੜੇ ਹੁੰਦੇ ਸੀ, ਜੋ ਬ੍ਰਿਟਿਸ਼ਰਸ ਦੇ ਉੱਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਰਦੇ, ਉਹਨਾਂ ਦੇ ਲਈ ਉਹਨਾਂ ਨੇ ਸਟਿਕ ਪਾਲਿਸੀ ਯੂਜ਼ ਕੀਤੀ ਸੀ। ਕਿਸ ਤਰੀਕੇ ਨਾਲ ਕਿ ਉਹਨਾਂ ਸਭ ਨੂੰ ਅਰੈਸਟ ਕਰ ਲਿਆ ਸੀ, ਜੇਲ੍ਹਾਂ ਦੇ ਵਿੱਚ ਪਾਤਾ ਸੀ। ਸੋ ਉਹੀ ਹੈ ਕਿ ਗਵਰਨਮੈਂਟ ਦਾ ਜੋ ਰਿਐਕਸ਼ਨ ਸੀ ਸੂਰਤ ਸਪਲਿਟ ਸੈਸ਼ਨ ਤੋਂ ਬਾਅਦ, ਉਹ ਐਕਸਟ੍ਰੀਮਿਸਟ ਦੇ ਲਈ ਕਿਸ ਤਰੀਕੇ ਦਾ ਰਿਹਾ। ਕਹਿੰਦੇ ਦਾ ਗਵਰਨਮੈਂਟ ਅਟੈਕ ਦਾ ਐਕਸਟ੍ਰੀਮਿਸਟ ਲੀਡਰ ਕਿ ਉਹਨਾਂ ਨੇ
ਜੋ ਬ੍ਰਿਟਿਸ਼ ਸਰਕਾਰ ਸੀ ਉਸਨੇ ਐਕਸਟ੍ਰੀਮਿਸਟ ਲੀਡਰਸ ਦੇ ਨਾਲ ਜੋ ਇੱਕ ਅਗਰੈਸਿਵ ਰਿਐਕਸ਼ਨ ਦਿਖਾਇਆ ਸੀ, ਉਹਨਾਂ ਸਭ ਨੂੰ ਅਰੈਸਟ ਕਰ ਲਿਆ ਸੀ। ਇਸ ਤੋਂ ਇਲਾਵਾ ਉਹਨਾਂ ਦੀ ਇੱਥੇ ਡਿਵਾਈਡ ਐਂਡ ਰੂਲ ਪਾਲਿਸੀ ਤੇ ਕੈਰਟ ਐਂਡ ਸਟਿਕ ਪਾਲਿਸੀ ਦੇਖਣ ਨੂੰ ਮਿਲੀ ਸੀ। ਹੁਣ ਇਹ ਡਿਵਾਈਡ ਐਂਡ ਰੂਲ ਪਾਲਿਸੀ ਜਾਂ ਉਹਨਾਂ ਦੀ ਸਟਿਕ ਐਂਡ ਕੈਰਟ ਪਾਲਿਸੀ ਕੀ ਸੀ, ਉਹਨੂੰ ਆਪਾਂ ਫਰਦਰ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਉਹਨਾਂ ਨੇ ਬਾਲ ਗੰਗਾਧਰ ਤਿਲਕ ਨੂੰ ਮੰਡੇਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ। ਜੋ ਬਾਲ ਗੰਗਾਧਰ ਤਿਲਕ ਨੇ ਉਹ 6 ਤੋਂ 7 ਸਾਲ ਮੰਡੇਲਾ ਜੇਲ੍ਹ ਦੇ ਵਿੱਚ ਰਹੇ ਸੀ ਸੂਰਜ ਸਪਲਿਟ ਸੈਸ਼ਨ ਦੇ ਵਿੱਚ ਅਰੈਸਟ ਹੋਣ ਤੋਂ ਬਾਅਦ। ਹੁਣ ਆਪਾਂ ਪੜ੍ਹਿਆ ਕਿ ਉਹਨਾਂ ਨੇ ਜੋ ਗਵਰਨਮੈਂਟ ਸੀ ਬ੍ਰਿਟਿਸ਼ ਸਰਕਾਰ ਦੀ, ਉਸਨੇ ਕੀ ਕੀਤਾ ਸੀ, ਡਿਵਾਈਡ ਐਂਡ ਰੂਲ ਐਂਡ ਕੈਰਟ ਐਂਡ ਸਟਿਕ ਪਾਲਿਸੀ ਯੂਜ਼ ਕੀਤੀ ਸੀ ਜਦੋਂ ਉਹਨਾਂ ਦਾ ਐਕਸਟ੍ਰੀਮਿਸਟ ਨੂੰ ਜਦੋਂ ਅਰੈਸਟ ਕੀਤਾ ਸੀ। ਹੁਣ ਦੇਖਾਂਗੇ ਕਿ ਡਿਵਾਈਡ ਐਂਡ ਰੂਲ ਪਾਲਿਸੀ ਕਿਵੇਂ ਯੂਜ਼ ਕਰਦੇ ਸਨ। ਸੋ ਇਹ ਤਾਂ ਆਪਾਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਉਹ ਪਹਿਲਾਂ ਇੰਡੀਅਨਸ ਨੂੰ ਆਪਸ ਦੇ ਵਿੱਚ ਲੜਾਉਂਦੇ ਸਨ, ਉਹਨਾਂ ਨੂੰ ਆਪਸ ਦੇ ਵਿੱਚ ਤੋੜਦੇ ਸਨ, ਫਿਰ ਉਹਨਾਂ ਦੇ ਉੱਤੇ ਰਾਜ ਕਰਦੇ ਸਨ। ਠੀਕ ਹੈ, ਸੋ ਇਹੀ ਜੋ ਇਹਨਾਂ ਦੀ ਡਿਵਾਈਡ ਐਂਡ ਰੂਲ ਪਾਲਿਸੀ ਸੀ, ਇਸਨੇ ਹੀ ਇਸਦੀ ਹੈਲਪ ਦੇ ਨਾਲ ਹੀ ਬ੍ਰਿਟਿਸ਼ ਸਰਕਾਰ ਨੇ ਇੰਡੀਆ ਦੇ ਉੱਤੇ 200 ਸਾਲ ਰਾਜ ਕੀਤਾ। ਸੋ ਇਹਨਾਂ ਦੀ ਮੇਨਲੀ ਜਿਹੜੀ ਡਿਵਾਈਡ ਐਂਡ ਰੂਲ ਪਾਲਿਸੀ, ਭਾਰਤੀਆਂ ਨੂੰ ਤੋੜੋ ਤੇ ਫਿਰ ਉਹਨਾਂ ਦੇ ਉੱਤੇ ਰਾਜ ਕਰੋ, ਜਿਹੜੀ ਪਾਲਿਸੀ ਸੀ ਉਹ ਕਿੱਥੇ ਕਿੱਥੇ ਦੇਖਣ ਨੂੰ ਮਿਲੀ। ਕਹਿੰਦੇ ਇੱਕ ਤਾਂ ਉਹਨਾਂ ਨੇ ਦੇਖਣ ਨੂੰ ਮਿਲੀ ਹਿੰਦੂ ਵਰਸਸ ਮੁਸਲਿਮ, ਕਿ ਉਹਨਾਂ ਨੇ ਉਹ ਤਾਂ ਵੈਸੇ ਅੱਜ ਵੀ ਚੱਲ ਰਿਹਾ ਕਿ ਹਿੰਦੂ ਤੇ ਮੁਸਲਿਮਸ ਨੂੰ ਅਲੱਗ ਕੀਤਾ। ਠੀਕ ਹੈ, ਇਹਨਾਂ ਦੇ ਭਾਈਚਾਰੇ ਨੂੰ ਅਲੱਗ ਕੀਤਾ। ਇਹ ਹੁਣ ਅਗਰ ਦੇਖਿਆ ਜਾਵੇ ਤੇ ਹਿੰਦੂ ਤੇ ਮੁਸਲਿਮਸ ਨੂੰ ਅਲੱਗ ਕਿੱਥੇ ਕਿੱਥੇ ਕੀਤਾ ਗਿਆ ਸੀ। ਇੱਕ ਤਾਂ ਆਪਾਂ ਦੇਖਿਆ ਕਿ 1905 ਦੇ ਵਿੱਚ ਜੋ ਡਿਵੀਜ਼ਨ ਹੋਈ ਸੀ ਬੰਗਾਲ ਦੀ, ਠੀਕ ਹੈ, ਜਦੋਂ ਬੰਗਾਲ ਨੂੰ ਵੰਡਿਆ ਗਿਆ ਸੀ ਲਾਰਡ ਕਰਜ਼ਨ ਦੇ ਦੁਆਰਾ, ਉਦੋਂ ਵੀ ਇਹਨਾਂ ਨੇ ਹਿੰਦੂ ਤੇ ਮੁਸਲਿਮਸ ਨੂੰ ਅਲੱਗ ਹੀ ਕੀਤਾ ਸੀ। ਇਸ ਤੋਂ ਇਲਾਵਾ 1906 ਦੇ ਵਿੱਚ ਇਹਨਾਂ ਨੇ ਮੁਸਲਿਮ ਲੀਗ ਬਣਾਈ ਸੀ, ਉਹਨੂੰ ਫਰਦਰ ਪੜਾਂਗੇ। ਮੁਸਲਿਮ ਲੀਗ ਬਣਾਤੀ ਸੀ 1906 ਦੇ ਵਿੱਚ ਢਾਕਾ ਵਿਖੇ। ਸੋ ਉਸ ਮੁਸਲਿਮ ਲੀਗ ਨਾਲ ਇਹਨਾਂ ਨੇ ਕੀ ਕੀਤਾ ਸੀ, ਹਿੰਦੂ ਤੇ ਮੁਸਲਿਮਸ ਨੂੰ ਅਲੱਗ ਕਰਤਾ। ਇਹਨਾਂ ਨੇ ਇੱਕ ਤਰੀਕੇ ਦੀ ਮੁਸਲਿਮ ਲੀਗ ਕਿਉਂ ਬਣਾਈ, ਇਹਦੀ ਰੀਜ਼ਨਸ ਕੀ ਸਨ, ਕਿੱਥੇ ਬਣੀ, ਕਿਵੇਂ ਇਹਨੇ ਅੱਗੇ ਗਏ, ਇਹ ਆਪਾਂ ਫਰਦਰ ਪੜਾਂਗੇ। ਸੋ ਮੇਨਲੀ ਜੋ ਹਿੰਦੂ ਤੇ ਮੁਸਲਿਮਸ ਨੂੰ ਅਲੱਗ ਕੀਤਾ ਗਿਆ ਸੀ ਇਹਨਾਂ ਨੇ ਡਿਵਾਈਡ ਐਂਡ ਰੂਲ ਕਰਕੇ, ਉਹ ਕਿਹੜੀਆਂ ਦੋ ਜਗ੍ਹਾ ਤੇ ਦੇਖਣ ਨੂੰ ਮਿਲਿਆ, ਇੱਕ ਬੰਗਾਲ ਦੀ ਪਾਰਟੀਸ਼ਨ ਦੇ ਵਿੱਚ ਤੇ ਇੱਕ ਜਦੋਂ 1906 ਦੇ ਵਿੱਚ ਮੁਸਲਿਮ ਲੀਗ ਪਾਰਟੀ ਬਣਾਈ ਸੀ। ਉਸ ਤੋਂ ਇਲਾਵਾ ਇਹਨਾਂ ਨੇ ਕੀ ਕੀਤਾ, ਡਿਵਾਈਡ ਐਂਡ ਰੂਲ ਪਾਲਿਸੀ ਇਹਨਾਂ ਨੇ ਮੋਡਰੇਟਸ ਤੇ ਐਕਸਟ੍ਰੀਮਿਸਟ ਨੂੰ ਅਲੱਗ ਕਰਨ ਦੇ ਵਿੱਚ ਵੀ ਯੂਜ਼ ਕੀਤੀ ਸੀ। ਐਕਸਟ੍ਰੀਮਿਸਟ ਤੇ ਮੋਡਰੇਟਸ ਨੂੰ ਅਲੱਗ ਕਰਕੇ ਵੀ ਇਹਨਾਂ ਨੇ ਡਿਵਾਈਡ ਐਂਡ ਰੂਲ ਪਾਲਿਸੀ ਖੇਡੀ ਸੀ। ਸੋ ਹੁਣ ਮੋਡਰੇਟ ਤੇ ਐਕਸਟ੍ਰੀਮਿਸਟ ਨੂੰ ਇਹਨਾਂ ਨੇ ਕਿੱਥੇ ਅਲੱਗ ਕੀਤਾ ਸੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਸੂਰਤ ਸਪਲਿਟ ਸੈਸ਼ਨ ਦੇ ਵਿੱਚ ਅਲੱਗ ਕੀਤਾ ਸੀ। ਕਿਵੇਂ, ਇਹਨਾਂ ਨੇ ਮੋਡਰੇਟਸ ਨੂੰ ਕੁਝ ਕੁ ਰਿਫਾਰਮਸ ਦੇ ਦਿੱਤੀਆਂ, ਬਟ ਐਕਸਟ੍ਰੀਮਿਸਟ ਸਭ ਨੂੰ ਕੀ ਕਰ ਲਿਆ ਸੀ, ਅਰੈਸਟ ਕਰ ਲਿਆ ਸੀ। ਸੋ ਹਿੰਦੂ ਵਰਸਸ ਮੁਸਲਿਮ ਦੇਖਾਂਗੇ ਕਿ ਇਹਨਾਂ ਨੇ ਹਿੰਦੂ ਵਰਸਸ ਮੁਸਲਿਮ ਸਮੇਂ ਕਦੋਂ ਡਿਵਾਈਡ ਐਂਡ ਰੂਲ ਪਾਲਿਸੀ ਯੂਜ਼ ਕੀਤੀ ਸੀ, ਜੋ ਮੈਂ ਆਲਰੇਡੀ ਦੱਸ ਚੁੱਕੀ ਹਾਂ। ਇੱਕ ਤਾਂ ਉਹਨਾਂ ਨੇ ਜਦੋਂ ਬੰਗਾਲ ਨੂੰ ਵੰਡਿਆ ਸੀ 1905 ਦੇ ਵਿੱਚ, ਜੋ ਪਿਛਲੇ ਲੈਕਚਰ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਮਝਾ ਚੁੱਕੀ ਹਾਂ। ਇਸ ਤੋਂ ਇਲਾਵਾ ਇਹਨਾਂ ਨੇ ਜਦੋਂ ਮੁਸਲਿਮ ਲੀਗ ਬਣਾਈ ਸੀ, ਫਾਰਮੇਸ਼ਨ ਆਫ ਮੁਸਲਿਮ ਲੀਗ ਇਨ 1906, ਜਦੋਂ ਇਹਨੇ 1906 ਦੇ ਵਿੱਚ ਮੁਸਲਿਮ ਲੀਗ ਬਣਾਈ ਸੀ 1906 ਦੇ ਵਿੱਚ, ਉਦੋਂ ਵੀ ਇਹਨਾਂ ਨੇ ਮੁਸਲਿਮਸ ਤੇ ਹਿੰਦੂਸ ਨੂੰ ਅਲੱਗ ਕਰਨ ਦੇ ਲਈ ਇਹ ਇੱਕ ਤਰੀਕੇ ਦਾ ਛੜਯੰਤਰ, ਇੱਕ ਕਨਸਪੀਰੇਸੀ ਰਚੀ ਸੀ। ਹੁਣ ਫਾਰਮੇਸ਼ਨ ਆਫ ਮੁਸਲਿਮ ਲੀਗ, ਇੱਥੋਂ ਐਗਜ਼ਾਮ ਦੇ ਵਿੱਚ ਕੁਐਸਚਨ ਕਿ ਬਹੁਤ ਸਾਰੇ ਪੁੱਛੇ ਜਾਂਦੇ ਨੇ, ਕਿੱਥੋਂ ਪੁੱਛੇ ਜਾਂਦੇ ਨੇ ਉਹ ਵੀ ਡਿਸਕਸ ਕਰਾਂਗੇ। ਫਸਟਲੀ ਅਸੀਂ ਦੇਖਦੇ ਹਾਂ ਕਿ ਜੋ ਇਹਦੀ ਫਾਰਮੇਸ਼ਨ ਆਫ ਮੁਸਲਿਮ ਲੀਗ 1906 ਦੇ ਵਿੱਚ ਜੋ ਇਹਨਾਂ ਨੇ ਮੁਸਲਿਮ ਲੀਗ ਬਣਾਈ ਸੀ, ਇਹ ਮੇਨਲੀ ਬਣਾਈ ਕਿਉਂ ਸੀ, ਇਹ ਬਣਾਈ ਸੀ ਤਾਂ ਜੋ ਇਹ ਹਿੰਦੂਸ ਤੇ ਮੁਸਲਿਮਸ ਨੂੰ ਅਲੱਗ ਕਰ ਸਕਣ। ਇਹਨਾਂ ਨੇ ਮੁਸਲਿਮਸ ਦਾ ਫੇਥ ਜਿੱਤਣ ਦੇ ਲਈ, ਕਿ ਮੁਸਲਿਮਸ ਦਾ ਟਰਸਟ ਜਿੱਤਣ ਦੇ ਲਈ, ਕਹਿਣ ਦਾ ਭਾਵ ਕਿ ਮੁਸਲਿਮਸ ਨੂੰ ਅਸੀਂ ਕੁਝ ਕੁ ਰਿਫਾਰਮਸ ਦਿੰਦੇ ਹਾਂ, ਅਸੀਂ ਕਵਾਂਗੇ ਕਿ ਅਸੀਂ ਤੁਹਾਡੇ ਲਈ ਇੱਕ ਮੁਸਲਿਮ ਲੀਗ ਬਣਾ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਸੈਪਰੇਟ ਇਲੈਕਟੋਰੇਟ ਵੀ ਦਵਾਵਾਂਗੇ ਤੇ ਇਸ ਦੇ ਨਾਲ ਤੁਹਾਡੇ ਹੱਕਾਂ ਦੀ ਜੋ ਤੁਹਾਡੀ ਮਾਈਨੋਰਿਟੀ ਹੈ, ਉਸ ਸਮੇਂ 25% ਮੁਸਲਿਮਸ ਪਾਏ ਜਾਂਦੇ ਸੀ। ਸੋ ਇੱਕ ਮਾਈਨੋਰਿਟੀ ਸੈਕਸ਼ਨ ਸੀ ਮੁਸਲਿਮਸ ਦਾ ਇੰਡੀਆ ਦੇ ਵਿੱਚ। ਸੋ ਤੁਹਾਡੇ ਹੱਕਾਂ ਨੂੰ, ਤੁਹਾਡੇ ਮਾਈਨੋਰਿਟੀ ਦੇ ਹੱਕਾਂ ਨੂੰ ਬਚਾਵਾਂਗੇ ਕਿਸ ਦੇ ਦੁਆਰਾ, ਮੁਸਲਿਮ ਲੀਗ ਦੇ ਦੁਆਰਾ। ਠੀਕ ਹੈ, ਤੇ ਤੁਹਾਡਾ ਸਾਥ ਕੌਣ ਦੇ ਰਿਹਾ ਇਸ ਦੇ ਵਿੱਚ, ਬ੍ਰਿਟਿਸ਼ਰ ਸਾਥ ਦੇ ਰਹੇ ਨੇ। ਸੋ ਇਹਨਾਂ ਨੇ ਕੀ ਕੀਤਾ, ਮੁਸਲਿਮ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਤੋਂ ਅਲੱਗ ਕਰਨ ਦੇ ਲਈ ਇੱਕ ਨਵੀਂ ਤਰਕੀਬ ਸੋਚੀ ਸੀ, ਕਿਸ ਦੇ ਜ਼ਰੀਏ ਇੱਕ ਛੜਯੰਤਰ ਤਿਆਰ ਕੀਤਾ ਸੀ ਮੁਸਲਿਮ ਲੀਗ ਬਣਾਉਣ ਦਾ।
एग्जाम ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈ ਮੁਸਲਿਮ ਲੀਗ ਕਦੋਂ ਬਣੀ, ਕਿੱਥੇ ਬਣੀ, ਕਿਹੜੇ ਇਹਦੇ ਪ੍ਰੈਜ਼ੀਡੈਂਟ ਸਨ। ਸੋ ਪਤਾ ਹੋਣਾ ਚਾਹੀਦਾ ਕਿ ਮੁਸਲਿਮ ਲੀਗ 30 ਦਸੰਬਰ 1906 ਦੇ ਵਿੱਚ ਢਾਕਾ ਵਿਖੇ ਮੁਸਲਿਮ ਲੀਗ ਬਣੀ ਸੀ। ਠੀਕ ਹੈ ਜੀ। ਅੰਡਰ ਦ ਲੀਡਰਸ਼ਿਪ ਆਫ ਅਗਾ ਖਾਨ, ਜੇ ਪੁੱਛਿਆ ਜਾਵੇ ਹੂ ਵਾਸ ਦ ਫਸਟ ਪ੍ਰੈਜ਼ੀਡੈਂਟ ਆਫ ਮੁਸਲਿਮ ਲੀਗ ਤਾਂ ਆਨਸਰ ਕਰੋਗੇ ਅਗਾ ਖਾਨ। ਅਗਾ ਖਾਨ ਦੀ ਲੀਡਰਸ਼ਿਪ ਦੇ ਅੰਡਰ ਹੀ ਢਾਕਾ ਦੇ ਵਿੱਚ ਮੁਸਲਿਮ ਲੀਗ ਬਣੀ ਸੀ 1906 ਦੇ ਵਿੱਚ। ਕਿਸਨੇ ਬਣਵਾਈ ਸੀ? ਇਹ ਬ੍ਰਿਟਿਸ਼ ਸਰਕਾਰ ਨੇ ਹੀ ਬਣਵਾਈ ਸੀ। ਕਿਉਂ ਬਣਵਾਈ ਸੀ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਕਹਿੰਦੇ ਹੂ ਵਾਸ ਦ ਨਵਾਬ ਆਫ ਢਾਕਾ, ਜੋ ਅਗਾ ਖਾਨ ਸੀ ਉਹ ਨਵਾਬ ਸੀ ਢਾਕਾ ਦਾ। ਆਬਜੈਕਟਿਵਸ ਆਫ ਮੁਸਲਿਮ ਲੀਗ, ਕਹਿੰਦੇ ਮੁਸਲਿਮ ਲੀਗ ਬਣਾਉਣ ਦੇ ਉਦੇਸ਼ ਕੀ ਸਨ? ਉਹੀ ਜੋ ਮੈਂ ਐਕਸਪਲੇਨ ਕੀਤੇ ਨੇ, ਉਹੀ ਉਦੇਸ਼ ਨੇ। ਆਬਜੈਕਟਿਵ ਉਹਨਾਂ ਦੇ ਉਹੀ ਨੇ ਮੁਸਲਿਮ ਲੀਗ ਦੇ, ਪਿੱਛੇ ਉਹਨਾਂ ਦਾ ਜੋ ਮੰਤਵ ਸੀ ਉਹ ਅਲੱਗ ਸੀ। ਕੀ ਸੀ ਉਦੇਸ਼, ਕੀ ਸੀ ਇਸ ਮੁਸਲਿਮ ਲੀਗ ਬਣਾਉਣ ਦੇ? ਕਹਿੰਦੇ ਟੂ ਫੋਸਟਰ ਦ ਲਾਇਲਟੀ ਆਫ ਇੰਡੀਅਨ ਮੁਸਲਿਮ ਟੂਵਰਡਸ ਦ ਬ੍ਰਿਟਿਸ਼ ਗਵਰਨਮੈਂਟ। ਕਹਿੰਦੇ ਉਹਨਾਂ ਦਾ ਉਦੇਸ਼ ਕੀ ਸੀ ਮੁਸਲਿਮ ਲੀਗ ਬਣਾਉਣ ਦਾ? ਇੰਨੇ ਕਿੱਥੋਂ ਦਿਆਲੀ ਹੋ ਗਏ ਸੀ ਬ੍ਰਿਟਿਸ਼ਰਸ ਕਿ ਮੁਸਲਿਮਸ ਦਾ ਸਾਥ ਦਿੰਦੇ ਸਨ। ਮੇਨਲੀ ਉਹਨਾਂ ਨੇ ਮੁਸਲਿਮ ਲੀਗ ਇਸ ਕਰਕੇ ਬਣਾਈ ਸੀ ਤਾਂ ਜੋ ਉਹ ਮੁਸਲਿਮ ਇੰਡੀਆ ਦੇ ਮੁਸਲਿਮਸ ਦਾ ਦਿਲ ਜਿੱਤ ਸਕਣ, ਉਹਨਾਂ ਦਾ ਵਿਸ਼ਵਾਸ ਜਿੱਤ ਸਕਣ, ਤਾਂ ਜੋ ਇੰਡੀਅਨਸ ਮੁਸਲਿਮਸ ਟਰਸਟ ਕਰਨ ਲੱਗ ਜਾਣ, ਬਿਲੀਵ ਕਰਨ ਲੱਗ ਜਾਣ ਕਿਸ ਦੇ ਵਿੱਚ? ਬ੍ਰਿਟਿਸ਼ ਸਰਕਾਰ ਦੇ ਵਿੱਚ। ਕਹਿੰਦੇ on December 1906 around 3000 delegates attended a conference of Mohammedan Educational Conference at Dhaka in which the ban of politics was removed and motion was to move to form an all India Muslim League। ਕਹਿੰਦੇ ਇਹ ਇੱਕ ਕਾਨਫਰੰਸ ਬੁਲਾਈ ਗਈ ਸੀ ਢਾਕਾ ਦੇ ਵਿੱਚ 1906 ਨੂੰ, ਜਿਸ ਨੂੰ 3000 ਡੈਲੀਗੇਟਸ ਨੇ ਅਟੈਂਡ ਕੀਤਾ ਸੀ ਤੇ ਉੱਥੇ ਅਨਾਉਂਸ ਕੀਤਾ ਗਿਆ ਸੀ ਕਿ ਹੁਣ ਮੁਸਲਿਮਸ ਦੇ ਲਈ ਇੱਕ ਅਲੱਗ ਤੋਂ ਪਾਰਟੀ ਬਣਾਈ ਜਾਏਗੀ ਜਿਹਦਾ ਨਾਮ ਰੱਖਿਆ ਗਿਆ ਆਲ ਇੰਡੀਆ ਮੁਸਲਿਮ ਲੀਗ। ਦ ਨੇਮ ਵਾਸ ਪ੍ਰਪੋਜ਼ਡ ਬਾਈ ਨਵਾਬ ਖਵਾਜਾ ਸਿਰ ਸੁਲਮ, ਇਹ ਨਾਮ ਤੁਸੀਂ ਯਾਦ ਰੱਖਣਾ ਹੈ, ਨਵਾਬ ਖਵਾਜਾ ਸਰ ਸਲੀਮੁੱਲਾ ਬਹਾਦੁਰ। ਠੀਕ ਹੈ, ਇਸਨੇ ਨਾਮ ਦਿੱਤਾ ਸੀ ਮੁਸਲਿਮ ਲੀਗ ਨੂੰ, ਮੁਸਲਿਮ ਲੀਗ, ਆਲ ਇੰਡੀਆ ਮੁਸਲਿਮ ਲੀਗ। ਐਂਡ ਸੈਕਿੰਡ ਬਾय ਹਾਕਿਮ ਅਜਮਲ ਖਾਨ। ਜਸਟ ਇਹ ਨਾਮ ਯਾਦ ਰੱਖਣਾ ਹੈ। एग्जाम पॉइंट ऑफ व्यू नाल अगा खान नाम याद रहेगा क्योंकि यह कौन सन प्रेजिडेंट सन मुस्लिम लीग के। ते ढाका याद रखना है कि मुस्लिम लीग बनी कित्थे सी ते थर्ड चीज मुस्लिम लीग बनी कदों सी। सो ये चीज़ें एग्जाम पॉइंट ऑफ व्यू नाल इंपॉर्टेंट ने। कहंदे जिहड़ी ऑल इंडिया मुस्लिम लीग बनी सी ओह फस्ट मुस्लिम पॉलिटिकल पार्टी सी, मतलब मुस्लिम्स की पहली देखो कहंदे जिहड़ी इंडियन नैशनल कांग्रेस सी ਉਹ ਹਿੰਦੂਸ ਦੀ ਜੋ ਪੋਲੀਟੀਕਲ ਪਾਰਟੀ ਸੀ। ਸੋ ਇਸੇ ਤਰੀਕੇ ਦੇ ਨਾਲ ਕਹਿ ਦਿੰਦੇ ਨੇ ਕਿ ਜੋ ਇੰਡੀਅਨ ਨੈਸ਼ਨਲ ਕਾਂਗਰਸ ਰਹੀ ਹੈ ਉਹ ਹਿੰਦੂ ਓਰੀਐਂਟਡ ਰਹੀ ਹੈ। ਸੋ ਉਹਨਾਂ ਨੇ ਇਸੇ ਚੀਜ਼ ਦਾ ਫਾਇਦਾ ਚੱਕਿਆ ਤੇ ਇਸੇ ਚੀਜ਼ ਨੂੰ ਅੱਗੇ ਚੱਕ ਕੇ ਰੱਖਿਆ ਕਿ ਹੁਣ ਜੋ ਆਲ ਇੰਡੀਆ ਮੁਸਲਿਮ ਲੀਗ ਪਾਰਟੀ ਹੋਏਗੀ ਉਹ ਮੁਸਲਿਮਸ ਦੀ ਪਹਿਲੀ ਪੋਲੀਟੀਕਲ ਪਾਰਟੀ ਹੋਏਗੀ ਇੰਡੀਆ ਦੇ ਵਿੱਚ। ਤੇ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਮੁਸਲਿਮ ਲੀਗ पार्टी के फाउंडर कौन ने? ख्वाजा सलीमुल्ला हो गया, विकार उल मुल्क हो गया, सैयद अमर अली हो गया। ठीक है, सो ये ने जी साडे फाउंडर ऑफ मुस्लिम लीग के, बट नाम तुसी अगा खान ही ज़्यादा याद रखोगे। वही ऑलरेडी मैं दसता है कि कौन ने पहले प्रेसिडेंट? अगा खान वॉज द फर्स्ट प्रेसिडेंट ऑफ ऑल इंडिया मुस्लिम लीग। सो मेनली इन्होंने मुस्लिम लीग बनाई ही क्यों सी? तां जो हिंदू ते मुस्लिम्स नूं वंडिया जा सके, डिवाइड किया जा सके, अलग किया जा सके। सो इत्थों ही पता लगता है कि उन्होंने डिवाइड एंड रूल पॉलिसी खेडन की कोशिश की थी, एक पार्टीशन ऑफ बंगाल करके ते दूसरा मुस्लिम लीग बना के। कहंदे द ऑब्जेक्टिव्स ऑफ लीग वर, कहंदे जो लीग बनी सी उहदे ऑब्जेक्टिव की सन, उसके उद्देश्य की सन? टू क्रिएट अमंग मुस्लिम द फीलिंग ऑफ लॉयल्टी टूवर्ड्स द ब्रिटिश गवर्नमेंट। ऑलरेडी आप डिस्कस कर चुके हैं कि ਤਾਂ ਜੋ ਜਿਹੜੇ ਇੰਡੀਆ ਦੇ ਮੁਸਲਿਮਸ ਨੇ ਉਹ ਆਪਣਾ ਵਿਸ਼ਵਾਸ ਜਿਤਾ ਸਕਣ ਬ੍ਰਿਟਿਸ਼ ਸਰਕਾਰ ਦੇ ਵਿੱਚ, ਜਾਂ ਬ੍ਰਿਟਿਸ਼ ਸਰਕਾਰ ਨੇ ਮੁਸਲਿਮ ਦਾ ਪਿਆਰ, ਟਰਸਟ ਤੇ ਵਿਸ਼ਵਾਸ ਜਿੱਤਣ ਦੇ ਲਈ ਮੁਸਲਿਮ ਲੀਗ ਬਣਾਈ ਸੀ ਤੇ ਕਿਹਾ ਸੀ ਕਿ ਅਸੀਂ ਤੁਹਾਡੇ ਇਸ ਮੁਸਲਿਮ ਲੀਗ ਦੇ ਦੁਆਰਾ ਤੁਹਾਡੇ ਹੱਕਾਂ ਦੀ ਕੀ ਕਰਾਂਗੇ? ਰੱਖਿਆ ਕਰਾਂਗੇ। ਕਹਿੰਦੇ ਦਾ ਸੇਫਗਾਰਡ ਦ ਪੋਲੀਟੀਕਲ ਰਾਈਟਸ ਆਫ ਮੁਸਲਿਮਸ ਐਂਡ ਕਨਵੇ ਦ ਸੇਮ ਟੂ ਦ ਗਵਰਨਮੈਂਟ। कहते यही वही चीज़ कि इस मुस्लिम पार्टी के द्वारा असी मुस्लिम कम्यूनिटी के हकों की रक्षा करांगे।
to prevent the rise of prejudice against other communities of India among the Muslims. Muhammad Ali Jinnah joined the league in 1913. देखो मोहम्मद अली जिना वाज अ प्रेसिडेंट फर्स्ट मतलब वही लीडर रहा है मुस्लिम लीग का अगे जाके बट मोहम्मद अली जिना ने फर्स्ट टाइम ਜਿਹੜੀ ਮੁਸਲਿਮ ਲੀਗ ਹੈ ਉਹਨੂੰ ਜੁਆਇਨ ਕਦੋਂ ਕੀਤਾ ਹੈ 1913 ਦੇ ਵਿੱਚ ਕੀਤਾ ਹੈ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਮੋਸਟ ਆਫ ਬੱਚੇ 1906 ਹੀ ਟਿਕ ਕਰਦੇ ਨੇ ਬਟ ਮੁਹੰਮਦ ਅਲੀ ਜਿਨ੍ਹਾਂ ਨੇ 1913 ਦੇ ਵਿੱਚ ਜੁਆਇਨ ਕੀਤਾ ਸੀ ਮੁਸਲਿਮ ਲੀਗ ਨੂੰ ਇੱਕ ਹੋਰ ਮੋਸਟ ਫੇਵਰਿਟ ਕੁਐਸਚਨ ਹੈ ਐਗਜ਼ਾਮੀਨਰ ਦਾ ਕਿ ਉਹ ਦੋ ਕਿਹੜੇ ਪ੍ਰੋਮੀਨੈਂਟ ਪਰਸਨੈਲਿਟੀ ਸਨ ਜਿਨ੍ਹਾਂ ਨੇ ਕਨਸਟੀਟਿਊਟ ਅਸੈਂਬਲੀ ਦੇ ਵਿੱਚ ਪਾਰਟਿਸਿਪੇਟ ਨਹੀਂ ਸੀ ਕੀਤਾ ਉਹ ਸਨ ਇੱਕ ਮੁਹੰਮਦ ਅਲੀ ਜਿਨ੍ਹਾਂ ਤੇ ਇੱਕ ਆਪਣੇ ਮਹਾਤਮਾ ਗਾਂਧੀ ਜੀ ਠੀਕ ਹੈ ਜੀ ਸੋ ਆਪਾਂ ਨੈਕਸਟ ਗੱਲ ਕਰਦੇ ਹਾਂ ਹੁਣ ਇਹ ਤਾਂ ਆਪਾਂ ਦੇਖ ਲਿਆ ਕਿ ਡਿਵਾਈਡ ਐਂਡ ਰੂਲ ਪਾਲਿਸੀ ਉਹਨਾਂ ਨੇ ਕਿੱਥੇ ਕਿੱਥੇ ਦੇਖੀ ਇੱਕ ਤਾਂ ਉਹਨਾਂ ਨੇ ਜਦੋਂ ਹਿੰਦੂ ਤੇ ਮੁਸਲਿਮਸ ਨੂੰ ਅਲੱਗ ਕੀਤਾ ਠੀਕ ਹੈ ਉਹ ਕਿੱਥੇ ਕਿੱਥੇ ਕੀਤਾ ਕਿ ਪਾਰਟੀਸ਼ਨ ਆਫ ਬੰਗਾਲ ਕੀਤੀ ਤੇ ਦੂਸਰਾ ਮੁਸਲਿਮ ਲੀਗ ਬਣਾ ਕੇ ਹੁਣ ਥਰਡ ਚੀਜ਼ ਆ ਜਾਂਦੀ ਹੈ ਕਿ ਉਹਨਾਂ ਨੇ ਹੋਰ ਕਿਸ ਤਰੀਕੇ ਦੇ ਨਾਲ ਡਿਵਾਈਡ ਐਂਡ ਰੂਲ ਪਾਲਿਸੀ ਖੇਡੀ ਇਹ ਮੋਡਰੇਟਸ ਤੇ ਐਕਸਟ੍ਰੀਮਿਸਟ ਨੂੰ ਡਿਵਾਈਡ ਕਰਕੇ ਉਹਨਾਂ ਨੇ ਮੋਡਰੇਟਸ ਤੇ ਐਕਸਟ੍ਰੀਮਿਸਟ ਨੂੰ ਡਿਵਾਈਡ ਕਰਕੇ ਉਹਨਾਂ ਤੇ ਵੀ ਇਹੀ ਪਾਲਿਸੀ ਖੇਡਣ ਦੀ ਕੋਸ਼ਿਸ਼ ਕੀਤੀ ਮੋਡਰੇਟਸ ਤੇ ਐਕਸਟ੍ਰੀਮਿਸਟ ਨੂੰ ਡਿਵਾਈਡ ਇਹਨਾਂ ਨੇ ਕਿਸ ਤਰੀਕੇ ਨਾਲ ਕੀਤਾ ਕਿ ਸੂਰਤ ਸਪਲਿਟ ਸੈਸ਼ਨ ਸਭ ਤੋਂ ਵੱਡੀ ਐਗਜ਼ਾਮਪਲ ਆ ਕਹਿੰਦੇ within the Congress tried to exploit the differences between moderates and extremists to weaken the forces of nationalism ਉਹਨਾਂ ਨੇ ਚੀਜ਼ ਕੀਤੀ ਕਿਉਂ ਸੀ ਕਾਰਨ ਕੀ ਸੀ ਕਿ ਉਹਨਾਂ ਨੇ ਸਿਰਫ ਐਕਸਟ੍ਰੀਮਿਸਟ ਨੂੰ ਅਰੈਸਟ ਕੀਤਾ ਸੀ ਬਟ ਮੋਡਰੇਟਸ ਨੂੰ ਅਰੈਸਟ ਨਹੀਂ ਸੀ ਕੀਤਾ ਬਿਕਾਜ਼ ਮੋਡਰੇਟਸ ਉਹਨਾਂ ਦੇ ਉੱਤੇ ਟਰਸਟ ਕਰਦੇ ਸਨ ਉਹ ਬ੍ਰਿਟਿਸ਼ ਸਰਕਾਰ ਦੇ ਵਿੱਚ ਫੇਥ ਰੱਖਦੇ ਸਨ ਉਹਨਾਂ ਨੂੰ ਪਤਾ ਸੀ ਕਿ ਜੇਕਰ ਅਸੀਂ ਮੋਡਰੇਟਸ ਤੇ ਐਕਸਟ੍ਰੀਮਿਸਟ ਨੂੰ ਅਲੱਗ ਕਰਾਂਗੇ ਤਾਂ ਇਹਨਾਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਗੈਪ ਆਏਗਾ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਗੈਪ ਆਏਗਾ ਜਿਹਦੇ ਕਰਕੇ ਜੋ ਇਹਨਾਂ ਦੇ ਅੰਦਰ ਰਾਸ਼ਟਰ ਦੀ ਭਾਵਨਾ ਜੋ ਇਹਨਾਂ ਦੇ ਅੰਦਰ ਨੈਸ਼ਨਲਿਜ਼ਮ ਦੀ ਭਾਵਨਾ ਉਸ ਨੂੰ ਕੀ ਕੀਤਾ ਜਾ ਸਕੇਗਾ ਵੀਕ ਕੀਤਾ ਜਾ ਸਕੇਗਾ ਕਮਜ਼ੋਰ ਕੀਤਾ ਜਾ ਸਕੇਗਾ ਜਿਸ ਕਰਕੇ ਇਹਨਾਂ ਨੇ ਐਕਸਟ੍ਰੀਮਿਸਟ ਤੇ ਮੋਡਰੇਟਸ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਇਲਾਵਾ ਐਕਸਪਲੋਇਟਡ ਦਾ ਓਪਰਚੁਨਿਟੀ ਪ੍ਰੋਵਾਈਡਡ ਬਾਈ ਸੂਰਤ ਇਹ ਜਿਹੜੀ ਇਹਨਾਂ ਨੂੰ ਓਪਰਚੁਨਿਟੀ ਕਿੱਥੇ ਮਿਲੀ ਸੀ ਐਕਸਟ੍ਰੀਮਿਸਟ ਤੇ ਮੋਡਰੇਟਸ ਨੂੰ ਅਲੱਗ ਕਰਨ ਦੀ ਓਪਰਚੁਨਿਟੀ ਇਹਨਾਂ ਨੂੰ ਕਿੱਥੇ ਮਿਲੀ ਸੀ ਸੂਰਤ ਸਪਲਿਟ ਸੈਸ਼ਨ ਦੇ ਵਿੱਚ ਇਹਨਾਂ ਨੂੰ ਇਹ ਓਪਰਚੁਨਿਟੀ ਮਿਲੀ ਸੀ ਕਿ ਇਹ ਮੋਡਰੇਟਸ ਤੇ ਐਕਸਟ੍ਰੀਮਿਸਟ ਨੂੰ ਅਲੱਗ ਕਰ ਸਕਣ ਸੋ ਇਹ ਤਾਂ ਆਪਾਂ ਦੇਖ ਲਈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਡਿਵਾਈਡ ਐਂਡ ਰੂਲ ਪਾਲਿਸੀ ਖੇਡ ਕੇ ਇੰਡੀਆ ਦੇ ਉੱਤੇ ਰਾਜ ਕੀਤਾ ਹੁਣ ਸੈਕਿੰਡ ਪਾਲਿਸੀ ਸੀ ਇਹਨਾਂ ਦੀ ਕੈਰਟ ਐਂਡ ਸਟਿਕ ਪਾਲਿਸੀ ਠੀਕ ਹੈ ਜੀ ਕੈਰਟ ਤਾਂ ਹੋ ਗਿਆ ਆਪਣੀ ਇੱਕ ਵੈਜੀਟੇਬਲ ਹੋ ਗਈ ਆਪਾਂ ਕਹਿੰਦੇ ਨੇ ਕੈਰਟ ਗਾਜਰ ਠੀਕ ਹੈ ਤੇ ਸਟਿਕ ਆਪਣੀ ਕੀ ਕਹਿੰਦੇ ਨੇ ਸੋਟੀ ਹੁਣ ਸੋਚੋ ਕਿ ਜਿਹੜਾ ਚੰਗੇ ਕੰਮ ਕਰੇਗਾ ਉਹਨੂੰ ਕੈਰਟ ਮਿਲੇਗੀ ਜਿਹੜਾ ਮਾੜੇ ਕਰੇਗਾ ਉਹਨੂੰ ਸਟਿਕ ਉਹਨੂੰ ਸੋਟੀ ਮਿਲੇਗੀ ਹੁਣ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨੇ ਕੈਰਟ ਐਂਡ ਸਟਿਕ ਪਾਲਿਸੀ ਖੇਡ ਕੇ ਕਿਸ ਤਰੀਕੇ ਦੇ ਨਾਲ ਇੰਡੀਆ ਦੇ ਉੱਤੇ ਰਾਜ ਕੀਤਾ ਸੋ ਜਿਹੜੇ ਤਾਂ ਉਹਨਾਂ ਦੇ ਵਿੱਚ ਕਰਦੇ ਸਨ ਬਲੀਫ ਜਿਹੜੇ ਉਹਨਾਂ ਦੇ ਅਕੋਰਡਿੰਗ ਕੰਮ ਕਰਦੇ ਸਨ ਜਿਹੜੇ ਵੀ ਲੋਕ ਬ੍ਰਿਟਿਸ਼ ਸਰਕਾਰ ਦੇ ਅਕੋਰਡਿੰਗ ਕੰਮ ਕਰਦੇ ਸਨ ਉਹਨਾਂ ਦੀ ਹਾਂ ਦੇ ਵਿੱਚ ਹਾਂ ਭਰਦੇ ਸਨ ਉਹਨਾਂ ਦੀ ਨਾ ਦੇ ਵਿੱਚ ਨਾ ਕਹਿੰਦੇ ਸਨ ਉਹਨਾਂ ਦੇ ਅਕੋਰਡਿੰਗ ਹੀ ਚੱਲਦੇ ਸਨ ਉਹਨਾਂ ਨੂੰ ਤਾਂ ਉਹ ਦਿੰਦੇ ਸੀ ਕੈਰਟ ਠੀਕ ਹੈ ਫੋਰ ਐਗਜ਼ਾਮਪਲ ਮੋਡਰੇਟ ਲੀਡਰਸ ਹੋ ਗਏ ਕਿਉਂਕਿ ਮੋਡਰੇਟ ਲੀਡਰਸ ਉਹਨਾਂ ਦੀ ਜਸਟਿਸ ਤੇ ਉਹਨਾਂ ਦੇ ਵਿੱਚ ਫੇਥ ਰੱਖਦੇ ਸਨ ਉਹਨਾਂ ਦੀ ਜਸਟਿਸ ਸੋਚਦੇ ਸਨ ਕਿ ਬ੍ਰਿਟਿਸ਼ ਸਰਕਾਰ ਹਮੇਸ਼ਾ ਸਾਡੇ ਲਈ ਨਿਆਂ ਹੀ ਕਰੇਗੀ ਸੋ ਉਹਨਾਂ ਦਾ ਬਲੀਫ ਸੀ ਬ੍ਰਿਟਿਸ਼ ਸਰਕਾਰ ਦੇ ਉੱਤੇ ਅੱਖਾਂ ਬੰਦ ਕਰਕੇ ਸੋ ਉਹਨਾਂ ਦੇ ਲਈ ਉਹ ਕਿਹੜੀ ਕੀ ਯੂਜ਼ ਕਰਦੇ ਸਨ ਉਹਨਾਂ ਨੂੰ ਤਾਂ ਦਿੰਦੇ ਸੀ ਕੈਰਟ ਤੇ ਜਿਵੇਂ ਫੋਰ ਐਗਜ਼ਾਮਪਲ ਜਿਹੜੇ ਸਾਡੇ ਐਕਸਟ੍ਰੀਮਿਸਟ ਲੀਡਰ ਸਨ ਜਿਨ੍ਹਾਂ ਨੂੰ ਪਤਾ ਸੀ ਕਿ ਜੋ ਬ੍ਰਿਟਿਸ਼ ਸਰਕਾਰ ਹੈ ਉਹ ਸਾਨੂੰ ਐਕਸਪਲੋਇਟ ਕਰ ਰਹੀ ਹੈ ਸਾਡਾ ਸ਼ੋਸ਼ਣ ਕਰ ਰਹੀ ਹੈ ਉਹ ਸਾਡੇ ਲਈ ਕੁਝ ਵੀ ਭਲਾ ਕੰਮ ਨਹੀਂ ਕਰ ਰਹੀ ਉਹਨਾਂ ਦੇ ਖਿਲਾਫ ਉਹ ਵਰਤਦੇ ਸਨ ਸਟਿਕ ਪਾਲਿਸੀ ਠੀਕ ਹੈ ਉਹਨਾਂ ਨੂੰ ਸੋਟੀ ਦਿਖਾਉਂਦੇ ਸਨ ਉਹ ਕਿਸ ਤਰੀਕੇ ਨਾਲ ਵਰਤੀ ਦੇਖਦੇ ਹਾਂ ਕਹਿੰਦੇ ਦਾ ਪਾਲਿਸੀ ਰਿਵਾਰਡਿੰਗ ਡਿਜ਼ਾਇਰੇਬਲ ਬਿਹੇਵੀਅਰ ਐਂਡ ਦਾ ਪਨਿਸ਼ਿੰਗ ਆਪੋਜੀਸ਼ਨ ਐਂਡ ਦੈਟ ਬਿਹੇਵੀਅਰ ਉਹਨਾਂ ਨੇ ਕੀ ਕਿਹਾ ਕਹਿੰਦੇ ਇਹ ਦੇਖਿਆ ਜਾਂਦਾ ਸੀ ਕਿ ਜਿਹੜੇ ਤਾਂ ਉਹਨਾਂ ਦੇ ਅਕੋਰਡਿੰਗ ਕਰਦੇ ਸਨ ਉਹਨਾਂ ਦੇ ਡਿਜ਼ਾਇਰੇਬਲ ਬਿਹੇਵੀਅਰ ਸੀ ਉਹਨਾਂ ਦੇ ਲਈ ਕਹਿੰਦੇ ਉਹਨਾਂ ਨੂੰ ਤਾਂ ਬਹੁਤ ਅੱਛਾ ਟਰੀਟ ਕਰਦੇ ਸਨ ਉਹਨਾਂ ਨੂੰ ਕੈਰਟ ਦਿੰਦੇ ਸਨ ਤੇ ਜਿਹੜੇ ਉਹਨਾਂ ਦੇ ਅੰਗੇਜ ਸਨ ਉਹਨਾਂ ਦੇ ਆਪੋਜ਼ਿਟ ਸਨ ਉਹਨਾਂ ਨੂੰ ਸਟਿਕ ਦਿਖਾਉਂਦੇ ਸਨ ਸੋਟੀ ਦਿੰਦੇ ਸਨ ਕਹਿੰਦੇ ਦਿਸ ਪਾਲਿਸੀ ਵਾਸ ਯੂਜ਼ਡ ਬਾਈ ਦਾ ਗਵਰਨਮੈਂਟ ਅਗੇਂਸਟ ਦਾ ਕਾਂਗਰਸ ਕਹਿੰਦੇ ਇਹ ਪਾਲਿਸੀ ਗਵਰਨਮੈਂਟ ਨੇ ਕਾਂਗਰਸ ਦੇ ਵਿੱਚ ਯੂਜ਼ ਕੀਤੀ ਸੀ ਕਿਸ ਤਰੀਕੇ ਦੇ ਨਾਲ ਕਹਿੰਦੇ the moderates were to be placated by grant of concessions and addressing some of their demands while extremists ever to be
repressed using the night of the state। ਕਹਿੰਦੇ ਇਹ ਜਿਹੜੀ ਪਾਲਿਸੀ ਸੀ ਇਹਨਾਂ ਨੇ ਕਾਂਗਰਸ ਦੇ ਵਿੱਚ ਯੂਜ਼ ਕੀਤੀ ਸੀ, ਜੋ ਕਿਸ ਤਰੀਕੇ ਨਾਲ ਕੀਤੀ ਸੀ, ਮੋਡਰੇਟਸ ਨੂੰ ਉਹਨਾਂ ਦੀਆਂ ਕੁਝ ਕੁ ਡਿਮਾਂਡਸ ਮੰਨ ਲੈਂਦੇ ਸਨ, ਉਹਨਾਂ ਨੂੰ ਕੁਝ ਕੁ ਕੰਸੈਸ਼ਨ ਦੇ ਦਿੰਦੇ ਸਨ। ਕਿਸ ਤਰੀਕੇ ਦੇ ਨਾਲ, ਕਹਿੰਦੇ ਮੋਡਰੇਟਸ ਵਰ ਟੂ ਬੀ ਪਲੋਕੇਟਡ ਗ੍ਰਾਂਟ ਆਫ ਕੰਸੈਸ਼ਨਸ। ਕਹਿੰਦੇ ਉਹਨਾਂ ਨੂੰ ਕੁਝ ਕੁ ਗ੍ਰਾਂਟ, ਕੁਝ ਕੁ ਕੰਸੈਸ਼ਨਸ ਦੇ ਦਿੰਦੇ ਸਨ ਆਉਂਦਾ, ਅਤੇ ਉਹਨਾਂ ਨੂੰ ਕੁਝ ਕੁ ਉਹਨਾਂ ਦੀਆਂ ਜਿਹੜੀਆਂ ਡਿਮਾਂਡ ਸੀ ਉਹਨਾਂ ਨੂੰ ਮੰਨ ਲੈਂਦੇ ਸਨ, ਉਹਨਾਂ ਨੂੰ ਐਡਰੈਸ ਕਰ ਦਿੰਦੇ ਸਨ, ਉਹਨਾਂ ਨੂੰ ਲਾਲਚ ਦੇ ਦਿੰਦੇ ਸਨ ਕਿ ਇੰਨੇ ਕੁ ਸਮੇਂ ਦੇ ਵਿੱਚ ਤੁਹਾਡੀ ਇਹ ਵੀ ਡਿਮਾਂਡ ਨੂੰ ਅਸੀਂ ਪੂਰਾ ਕਰ ਦਾਂਗੇ, ਠੀਕ ਹੈ। ਔਨ ਦਾ ਅਦਰ ਹੈਂਡ ਜਿਹੜੇ ਐਕਸਟ੍ਰੀਮਿਸਟ ਸਨ ਉਹਨਾਂ ਨੂੰ ਕੀ ਕਰਦੇ ਸਨ, ਸਪਰੈਸ, ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਸਨ। ਕਹਿੰਦੇ ਐਕਚੁਅਲੀ ਇਟ ਵਾਜ਼ ਅ 3 ਪ੍ਰੋਪਾਗੈਂਡਾ ਸਟ੍ਰੈਟਜੀ। ਕਹਿੰਦੇ ਇਹ ਜਿਹੜੀ ਕੈਰਟ ਐਂਡ ਸਟਿਕ ਪਾਲਿਸੀ ਖੇਡਦੇ ਸਨ ਨਾ, ਇਹ ਐਕਚੁਅਲ ਦੇ ਵਿੱਚ 3 ਪ੍ਰੋਪਾਗੈਂਡਾ ਸਟ੍ਰੈਟਜੀ ਸੀ, ਇੱਕ ਸਟ੍ਰੈਟਜੀ ਬਣਾਉਂਦੇ ਸਨ। ਉਹ ਸਟ੍ਰੈਟਜੀ ਸੀ ਕੀ ਸੀ, ਉਹਦੇ ਵਿੱਚ 3 ਪ੍ਰੋਪਾਗੈਂਡਾ ਆਉਂਦੇ ਸੀ, ਕਿਹੜੇ ਕਿਹੜੇ, ਰਿਪਰੈਸ਼ਨ, ਕੰਸੀਲੇਸ਼ਨ ਤੇ ਸਪਰੈਸ਼ਨ। ਹੁਣ ਆਪਾਂ ਇਹਨਾਂ ਤਿੰਨਾਂ ਪ੍ਰੋਪਾਗੈਂਡਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਸਟ੍ਰੈਟਜੀ ਦੇ ਨਾਲ ਇਹ ਸਟਿਕ ਪਾਲਿਸੀ ਯੂਜ਼ ਕਰਦੇ ਸਨ ਜਾਂ ਕੈਰਟ ਐਂਡ ਸਟਿਕ ਪਾਲਿਸੀ ਯੂਜ਼ ਕਰਦੇ ਸਨ। ਪਹਿਲਾ ਹੈ ਰਿਪਰੈਸ਼ਨ, ਸੈਕਿੰਡ ਸਟੈਪ ਹੋਏਗਾ ਉਹਨਾਂ ਦਾ ਕੰਸੀਲੇਸ਼ਨ ਤੇ ਥਰਡ ਹੋਏਗਾ ਸਪਰੈਸ਼ਨ। ਹੁਣ ਇਹ ਤਿੰਨੋਂ ਸਟੇਜਿਸ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਸੀ ਰਿਪਰੈਸ਼ਨ। ਦੇਖੋ ਪਹਿਲੇ ਦੇ ਵਿੱਚ ਉਹ ਕੀ ਕਰਦੇ ਸਨ, ਪਹਿਲਾ ਪ੍ਰੋਪਾਗੈਂਡਾ ਸੀ ਉਹਨਾਂ ਦਾ ਰਿਪਰੈਸ਼ਨ ਦਾ। ਰਿਪਰੈਸ਼ਨ ਪ੍ਰੋਪਾਗੈਂਡਾ ਕਿਵੇਂ ਯੂਜ਼ ਕਰਦੇ ਸਨ, ਉਹ ਕੀ ਕਰਦੇ ਸਨ, ਕਹਿੰਦੇ ਮਿਲਡ ਰਿਪਰੈਸ਼ਨ ਆਫ ਐਕਸਟ੍ਰੀਮਿਸਟ ਟੂ ਫਰਾਈਟਨ ਦ ਮੋਡਰੇਟਸ। ਕਹਿੰਦੇ ਪਹਿਲੀ ਸਟੇਜ ਦੇ ਵਿੱਚ ਉਹ ਮੋਡਰੇਟਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਸਨ। ਜਿਵੇਂ ਉਹਨਾਂ ਨੂੰ ਅਰੈਸਟ ਕਰ ਲਿਆ, ਉਹਨਾਂ ਨੂੰ ਅਰੈਸਟ ਕਿਉਂ ਕੀਤਾ, ਤਾਂ ਜੋ ਅਸੀਂ ਮੋਡਰੇਟਸ ਨੂੰ ਡਰਾ ਸਕੀਏ ਕਿ ਮੋਡਰੇਟਸ ਵੀ ਸਾਡੇ ਕਿਤੇ ਅਗੇਂਸਟ ਆਵਾਜ਼ ਨਾ ਚੱਕ ਲੈਣ ਜਾਂ ਚੱਕਣ ਲੱਗ ਜਾਣ। ਸੋ ਉਹ ਕੀ ਕਰਦੇ ਸਨ, ਮੋਡਰੇਟਸ ਨੂੰ ਐਕਸਟ੍ਰੀਮਿਸਟ ਨੂੰ ਤਕਲੀਫ ਪਹੁੰਚਾਉਂਦੇ ਸਨ ਤਾਂ ਜੋ ਉਹ ਮੋਡਰੇਟਸ ਨੂੰ ਡਰਾ ਸਕਣ। ਪਹਿਲਾ ਉਹਨਾਂ ਦਾ ਪ੍ਰੋਪਾਗੈਂਡਾ ਸੀ ਰਿਪਰੈਸ਼ਨ ਦਾ। ਸੈਕਿੰਡ ਪ੍ਰੋਪਾਗੈਂਡਾ ਸੀ ਉਹਨਾਂ ਦਾ ਕੰਸੀਲੇਸ਼ਨ। ਕੰਸੀਲੇਸ਼ਨ ਦਾ ਮਤਲਬ ਕਹਿੰਦੇ placate moderates by offering some reforms and hint the future reforms if the extremist was abundant। ਦੇਖੋ ਪਹਿਲੀ ਸੀ ਰਿਪਰੈਸ਼ਨ। ਰਿਪਰੈਸ਼ਨ ਚੋਂ ਕੀ ਕਰਦੇ ਨੇ ਕਿ ਉਹ ਐਕਸਟ੍ਰੀਮਿਸਟ ਨੂੰ ਦਬਾਉਂਦੇ ਨੇ, ਗਰਮ ਦਲ ਨੂੰ ਥੱਲੇ ਦਬਾਉਂਦੇ ਨੇ, ਉਹਨੂੰ ਤਕਲੀਫ ਪਹੁੰਚਾਉਂਦੇ ਨੇ ਤਾਂ ਜੋ ਉਹ ਨਰਮ ਦਲ ਨੂੰ ਇਹ ਦਿਖਾ ਸਕਣ ਜੇ ਤੁਸੀਂ ਐਵੇਂ ਕੀਤਾ ਤਾਂ ਤੁਹਾਡੇ ਨਾਲ ਵੀ ਇਹੀ ਚੀਜ਼ ਹੋਏਗੀ। ਕਹਿਣ ਦਾ ਭਾਵ ਉਹਨੂੰ ਡਰਾਉਂਦੇ ਸਨ ਤਾਂ ਜੋ ਨਰਮ ਦਲ ਹੈ ਸਾਡੇ ਅਗੇਂਸਟ ਆਵਾਜ਼ ਨਾ ਚੱਕ ਸਕੇ। ਸੈਕਿੰਡ ਚੀਜ਼ ਦੇ ਵਿੱਚ ਸੀ ਕੰਸੀਲੇਸ਼ਨ। ਉਹਦੇ ਸੈਕਿੰਡ ਪ੍ਰੋਪਾਗੈਂਡਾ 'ਚ ਸੈਕਿੰਡ ਸਟੇਜ 'ਚ ਉਹ ਕੀ ਕਰਦੇ ਸਨ, ਹੁਣ ਦੇਖੋ ਮੋਡਰੇਟਸ ਬਿਲਕੁਲ ਡਰ ਗਏ, ਨਰਮ ਦਲ ਡਰ ਗਿਆ ਤੇ ਇਹਨਾਂ ਨੇ ਕੀ ਕੀਤਾ, ਜਿਹੜੇ ਆਪਣੇ ਗਰਮ ਦਲ ਸੀ ਉਸਨੂੰ ਤਕਲੀਫ ਪਹੁੰਚਾਈ। ਜਦੋਂ ਨਰਮ ਦਲ ਜੋ ਮੋਡਰੇਟ ਸਨ ਜਦੋਂ ਡਰ ਗਏ, ਉਹਨਾਂ ਨੂੰ ਕਿਹਾ ਲਓ ਤੁਹਾਡੀਆਂ ਥੋੜ੍ਹੀਆਂ ਜਿਹੀਆਂ ਡਿਮਾਂਡਸ ਮੰਨ ਲਈਆਂ ਨੇ, ਤੁਹਾਨੂੰ ਥੋੜ੍ਹੀਆਂ ਜਿਹੀਆਂ ਰਿਫੋਰਮਸ ਦੇ ਦਿੱਤੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਇਹ ਡਿਮਾਂਡਸ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਹੁਣ ਉਹਨਾਂ ਨੂੰ ਫਸਲਾਉਣਾ ਸ਼ੁਰੂ ਕੀਤਾ, ਹੁਣ ਉਹਨਾਂ ਨੂੰ ਥੋੜ੍ਹਾ ਲਾਲਚ ਦੇਣਾ ਸ਼ੁਰੂ ਕੀਤਾ। ਤੇ ਥਰਡ ਸਟੇਜ ਸੀ ਉਹਨਾਂ ਦੀ ਸਪਰੈਸ਼ਨ ਦੀ। ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਜਿਹੜੇ ਮੋਡਰੇਟ ਸੀ ਪਹਿਲੀ ਸਟੇਜ ਦੇ ਵਿੱਚ ਉਹਨਾਂ ਨੇ ਐਕਸਟ੍ਰੀਮਿਸਟ ਨੂੰ ਦਬਾਇਆ, ਗਰਮ ਦਲ ਨੂੰ, ਤੇ ਮੋਡਰੇਟਸ ਨੂੰ ਕੀ ਕੀਤਾ, ਡਰਾਇਆ। ਠੀਕ ਹੈ, ਮੋਡਰੇਟਸ ਨੂੰ ਕੀ ਕੀਤਾ, ਡਰਾਇਆ। ਹੁਣ ਦੂਸਰੀ ਦੇ ਵਿੱਚ ਐਕਸਟ੍ਰੀਮਿਸਟ ਤਾਂ ਦੱਬੇ ਹੋਏ ਨੇ ਤੇ ਜਿਹੜੇ ਮੋਡਰੇਟ ਸੀ ਉਹਨਾਂ ਨੂੰ ਲਾਲਚ ਦੇ ਕੇ ਕੀ ਕਰਤਾ, ਸਾਈਡ ਤੇ ਕਰਤਾ। ਹੁਣ ਰਹਿ ਗਏ ਇਕੱਲੇ ਐਕਸਟ੍ਰੀਮਿਸਟ। ਹੁਣ ਕੀ ਕਰਦੇ ਸੀ, ਕਹਿੰਦੇ ਹੈਵਿੰਗ ਆਈਸੋਲੇਟਡ ਦ ਐਕਸਟ੍ਰੀਮਿਸਟ ਗਵਰਨਮੈਂਟ ਵੁੱਡ ਸਪਰੈਸ ਵਿਲ ਫੁੱਲ ਮਾਈਟ। ਕਹਿੰਦੇ ਹੁਣ ਜਦੋਂ ਐਕਸਟ੍ਰੀਮਿਸਟ ਬਿਲਕੁਲ ਇਕੱਲੇ ਰਹਿ ਜਾਂਦੇ ਸੀ, ਹੁਣ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਕੀ ਕਰ ਦਿੱਤਾ ਜਾਂਦਾ ਸੀ, ਸਪਰੈਸ ਕਰ ਦਿੱਤਾ ਜਾਂਦਾ ਸੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਰਟ ਐਂਡ ਸਟਿਕ ਪਾਲਿਸੀ ਖੇਡਦੇ ਸਨ। ਕਹਿੰਦੇ ਸਟਿਕ ਆਫ ਸਪਰੈਸ਼ਨਸ, ਕਹਿੰਦੇ ਸਟਿਕ ਦਾ ਮਤਲਬ ਕੀ ਸੀ, ਦੂਸਰੇ ਐਕਸਟ੍ਰੀਮਿਸਟ ਨੂੰ ਦੱਬਣਾ। ਕਹਿੰਦੇ ਆਫਟਰ ਸੂਰਤ ਸਪਲਿਟ ਸੈਸ਼ਨ ਗਵਰਨਮੈਂਟ ਅਰੈਸਟਡ ਆਲ ਐਕਸਟ੍ਰੀਮਿਸਟ ਲੀਡਰਸ। ਕਹਿੰਦੇ ਇਹ ਜੋ ਸਟਿਕ ਪਾਲਿਸੀ ਦੇਖਣ ਨੂੰ ਮਿਲੀ ਸੀ ਸੂਰਤ ਸਪਲਿਟ ਸੈਸ਼ਨ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਐਕਸਟ੍ਰੀਮਿਸਟ ਨੂੰ ਅਰੈਸਟ ਕਰ ਲਿਆ ਸੀ। ਤਿਲਕ ਬਾਲ ਗੰਗਾਧਰ ਤਿਲਕ ਨੂੰ 6 ਸਾਲ ਦੇ ਲਈ ਮੰਡੇਲਾ ਜੇਲ੍ਹ ਦੇ ਵਿੱਚ ਭੇਜਤਾ ਸੀ। ਉਸੇ ਸੂਰਤ ਸਪਲਿਟ ਸੈਸ਼ਨ ਤੋਂ ਬਾਅਦ ਜਿਹੜੇ ਅਰਵਿੰਦੋ ਘੋਸ਼ ਸੀ ਤੇ ਬਿਪਿਨ ਚੰਦਰਾਪਾਲ ਸੀ, ਉਹਨਾਂ ਨੇ ਐਕਟਿਵ ਜਿਹੜੀ ਪੋਲੀਟਿਕਸ ਸੀ ਉਸਨੂੰ ਬਾਏ ਬਾਏ ਟਾਟਾ ਕਹਿਤਾ ਸੀ ਕਿ ਹੁਣ ਅਸੀਂ ਇਸ ਪੋਲੀਟਿਕਸ ਦੇ ਵਿੱਚ ਨਹੀਂ ਆਵਾਂਗੇ। ਇਸ ਤੋਂ ਇਲਾਵਾ ਬੇਸ਼ੱਕ ਉਹਨਾਂ ਨੇ ਐਕਟਿਵ ਪੋਲੀਟਿਕਸ ਨੂੰ ਬਾਏ ਬਾਏ ਕਹਿਤਾ ਸੀ, ਬਟ ਅੰਡਰ ਕਵਰੇਜ ਉਹ ਫਿਰ ਵੀ ਲੀਡ ਕਰ ਰਹੇ ਸਨ। ਠੀਕ ਹੈ ਜੀ, ਲਾਲਾ ਲਾਜਪਤ ਰਾਏ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਸੀ।
ਤੇ ਕੈਰਟ ਰਿਫਾਰਮਸ ਤੁਸੀਂ ਦੇਖੀਆਂ ਹੋਣਗੀਆਂ। ਕੈਰਟ ਕੀ ਮਤਲਬ, ਹੁਣ ਮੋਡਰੇਟਸ ਨੂੰ ਕੁਛ ਉਹਨਾਂ ਦੀ ਕੀ ਕਹਿੰਦੇ ਹੁੰਦੇ, ਕੁਛ ਕੰਸੈਸ਼ਨ ਵੀ ਤਾਂ ਦੇਣੇ ਸੀ। ਕੀ ਕਹਿੰਦੇ, ਵਾਇਸਰਾय ਮਿੰਟੋ ਐਂਡ ਸੈਕਟਰੀ ਆਫ ਸਟੇਟ ਮੋਰਲੇ ਐਗਰੀਡ that some reforms were due to placate of both the moderates as well as Muslims। ਕਹਿੰਦੇ ਉਹਨਾਂ ਨੇ ਹੁਣ ਦੇਖਿਆ ਕਿ ਜਿਹੜੇ ਮੋਡਰੇਟ ਲੀਡਰਸ ਨੇ ਹੁਣ ਉਹ ਇਕੱਲੇ ਰਹਿ ਗਏ ਨੇ, ਐਕਸਟ੍ਰੀਮਿਸਟ ਨੂੰ ਅਸੀਂ ਕੱਢਤਾ ਤੇ ਹੁਣ ਮੋਡਰੇਟਸ ਨੂੰ ਕੁਛ ਲਾਲਚ ਵੀ ਤਾਂ ਦੇਣਾ। ਤਾਂ ਮਿੰਟੋ ਮੋਰਲੇ ਰਿਫਾਰਮਸ ਆਈਆਂ ਸੀ, ਜਿਹਦੇ ਵਿੱਚ ਜਿਹੜੇ ਮੋਡਰੇਟਸ ਹਨ ਉਹਨਾਂ ਦੀਆਂ ਕੁਛ ਕੁ ਡਿਮਾਂਡਸ ਨੂੰ ਹਾਫਲੀ ਮੰਨ ਲਿਆ ਗਿਆ ਸੀ, ਉਹਨਾਂ ਨੂੰ ਕੁਛ ਲਾਲਚ ਦੇ ਦਿੱਤੇ ਗਏ ਉਸ ਮਿੰਟੋ ਮੋਰਲੇ ਰਿਫਾਰਮਸ ਆਫ ਗਵਰਨਮੈਂਟ ਆਫ ਇੰਡੀਆ ਐਕਟ 1909 ਦੇ ਥਰੂ। ਇਹਦੇ ਵਿੱਚ ਉਹਨਾਂ ਨੇ ਕਿਹਨਾਂ ਨੂੰ ਦਿੱਤੇ ਸੀ ਕੈਰਟ, ਮੋਡਰੇਟਸ ਤੇ ਮੁਸਲਿਮ ਲੀਗ ਨੂੰ। ਐਂਡ ਦ ਰਿਜ਼ਲਟ ਵਾਜ਼ ਮੋਰਲੇ ਮਿੰਟੋ ਰਿਫਾਰਮਸ ਔਰ ਇੰਡੀਅਨ ਕਾਉਂਸਿਲ ਐਕਟ 1909 ਆਇਆ ਸੀ, ਤਾਂ ਜੋ ਲਾਲਚ ਦੇ ਸਕਣ ਮੋਡਰੇਟਸ ਤੇ ਮੁਸਲਿਮਸ ਨੂੰ। ਹੁਣ ਮੁਸਲਿਮਸ ਨੂੰ ਇਹਨਾਂ ਨੇ ਕਿਹੜਾ ਲਾਲਚ ਦਿੱਤਾ ਸੀ ਗਵਰਨਮੈਂਟ ਇੰਡੀਅਨ ਕਾਉਂਸਿਲ ਐਕਟ 1909 ਦੇ ਵਿੱਚ, ਕਿ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਦਾ ਅਧਿਕਾਰ ਦਿੱਤਾ ਸੀ। ਠੀਕ ਹੈ ਜੀ। ਮੁਸਲਿਮਸ ਨੂੰ ਕੀ ਉਹਨਾਂ ਨੇ ਕੰਸੈਸ਼ਨ ਦਿੱਤਾ, ਕੀ ਰਿਫਾਰਮ ਦਿੱਤੀਆਂ ਕਿ ਅਸੀਂ ਮੋਰਲੇ ਮਿੰਟੋ ਰਿਫਾਰਮਸ ਲੈ ਕੇ ਆ ਰਹੇ ਹਾਂ। ਮੋਰਲੇ ਮਿੰਟੋ ਰਿਫਾਰਮਸ ਨੂੰ ਇੰਡੀਅਨ ਕਾਉਂਸਿਲ ਐਕਟ 1909 ਨੂੰ ਹੀ ਮੋਰਲੇ ਮਿੰਟੋ ਰਿਫਾਰਮਸ ਕਿਹਾ ਜਾਂਦਾ ਹੈ। ਠੀਕ ਹੈ ਜੀ। ਮੋਰਲੇ ਵਾਸ ਦਾ ਸੈਕਟਰੀ ਆਫ ਸਟੇਟ ਤੇ ਮਿੰਟੋ ਉਸ ਸਮੇਂ ਵਾਇਸਰਾय ਸੀ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਮਿੰਟੋ ਕੌਣ ਸੀ, ਉਹ ਵਾਇਸਰਾय ਸੀ ਤੇ ਮੋਰਲੇ ਸੀ ਸੈਕਟਰੀ ਆਫ ਸਟੇਟ। ਠੀਕ ਹੈ ਜੀ। ਉਹਨਾਂ ਨੇ ਕੀ ਕੀਤਾ, ਇਸ ਦੇ ਵਿੱਚ ਜੋ ਮੁਸਲਿਮ ਸਨ ਤੇ ਜੋ ਮੋਡਰੇਟ ਸਨ ਉਹਨਾਂ ਨੂੰ ਕੁਝ ਕੁ ਰਿਫਾਰਮਸ ਦਿੱਤੀਆਂ ਸੀ ਤਾਂ ਜੋ ਸਾਡੀ ਸਾਈਡ ਹੀ ਰਹਿਣ। ਤਾਂ ਮੁਸਲਿਮਸ ਲਈ ਉਹਨਾਂ ਨੇ ਕੀ ਦਿੱਤਾ ਸੀ ਕਿ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਦਾ ਅਧਿਕਾਰ ਦਿੱਤਾ ਸੀ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਮੁਸਲਿਮ ਲੀਗ ਕਦੋਂ ਬਣੀ ਸੀ, 1906 ਦੇ ਵਿੱਚ। ਜੋ ਮੁਸਲਿਮ ਲੀਗ ਨੂੰ ਸੈਪਰੇਟ ਇਲੈਕਟੋਰੇਟ ਦਾ ਅਧਿਕਾਰ ਕਦੋਂ ਦਿੱਤਾ ਗਿਆ ਸੀ, ਤਾਂ ਆਨਸਰ ਹੋਏਗਾ 1909 ਦੇ ਵਿੱਚ। ਸੋ ਕਹਿੰਦੇ ਔਨ ਇੰਡੀਅਨ ਮੈਂਬਰ ਵਨ ਇੰਡੀਅਨ ਮੈਂਬਰ ਇਨ ਗਵਰਨਰ ਜਨਰਲਸ ਐਗਜ਼ੀਕਿਊਟਿਵ ਕਾਉਂਸਿਲ। ਕਹਿੰਦੇ ਉਹਨਾਂ ਨੇ, ਇਹ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਪਹਿਲਾ ਇੰਡੀਅਨ ਸੀ ਜੋ ਗਵਰਨਰ ਜਨਰਲ ਐਗਜ਼ੀਕਿਊਟਿਵ ਕਾਉਂਸਿਲ ਦੇ ਵਿੱਚ ਕਦੋਂ ਐਂਟਰ ਕੀਤਾ ਸੀ, ਤਾਂ 1909 ਦੇ ਵਿੱਚ ਕੀਤਾ ਸੀ। ਉਹਦਾ ਨਾਮ ਸੀ ਲਾਰਡ SP ਸਿਨਹਾ। ਠੀਕ ਹੈ ਜੀ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ, ਨਾਮ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ। ਕਦੋਂ ਐਗਜ਼ੀਕਿਊਟਿਵ ਕਾਉਂਸਿਲ ਦੇ ਵਿੱਚ ਸ਼ਾਮਿਲ ਹੋਇਆ ਸੀ, ਗਵਰਨਮੈਂਟ ਆਫ ਇੰਡੀਅਨ ਕਾਉਂਸਿਲ ਐਕਟ 1909 ਦੇ ਵਿੱਚ, ਤੇ ਨਾਮ ਸੀ SP ਸਿਨਹਾ। ਇਸ ਤੋਂ ਇਲਾਵਾ ਕਹਿੰਦੇ ਤੁਸੀਂ ਕਿਹਾ ਸੀ ਕਿ ਲੈਜਿਸਲੇਟਿਵ ਜਿਹੜੀ ਕਾਉਂਸਿਲ ਹੈ ਉਸਨੂੰ ਕੀ ਕਰੋ, ਉਸਨੂੰ ਐਕਸਪੈਂਡ ਕਰੋ। ਚਲੋ ਜੀ, ਅਸੀਂ ਉਹ ਵੀ ਐਕਸਪੈਂਡ ਵੀ ਕਰਤਾ ਉਹਨਾਂ ਨੇ। ਇਸ ਤੋਂ ਇਲਾਵਾ ਨਾਨ ਅਫੀਸ਼ੀਅਲ ਦੀ ਮੈਚੋਰਿਟੀ ਵਧਾਤੀ ਸੀ। ਇਸ ਤੋਂ ਇਲਾਵਾ ਸੈਂਟਰ ਲੈਵਲ ਦੇ ਉੱਤੇ ਜਿਹੜੀ ਸੈਂਟਰ ਲੈਵਲ ਸੀ ਉਹਦੇ ਤੇ ਸਟਿਲ ਜਿਹੜੀ ਅਫੀਸ਼ੀਅਲ ਦੀ ਮੈਚੋਰਿਟੀ ਸੀ, ਤੇ ਜਿਹੜੀ ਆਪਣੇ ਪ੍ਰੋਵਿੰਸ਼ੀਅਲ ਸਟੇਟ ਲੈਵਲ ਤੇ ਸੀ ਉੱਥੇ ਨਾਨ ਅਫੀਸ਼ੀਅਲ ਦੀ ਮੈਚੋਰਿਟੀ ਕਰਤੀ ਸੀ। ਇਸ ਤੋਂ ਇਲਾਵਾ ਕਹਿੰਦੇ ਪ੍ਰਿੰਸੀਪਲ ਆਫ ਡਾਇਰੈਕਟ ਇਲੈਕਸ਼ਨ ਆਫ ਇੰਟਰੋਡਿਊਸ ਫॉर द ਫਸਟ ਟਾਈਮ। ਵੈਰੀ ਵੈਰੀ ਇੰਪੋਰਟੈਂਟ। ਇੱਕ ਤਾਂ ਪਹਿਲੀ ਲਾਈਨ ਇੰਪੋਰਟੈਂਟ ਹੈ, ਇੱਕ ਇਹ ਵਾਲੀ ਲਾਈਨ ਇੰਪੋਰਟੈਂਟ ਹੈ ਕਿ ਪਹਿਲੀ ਵਾਰ ਜਿਹੜੀ ਡਾਇਰੈਕਟ ਇਲੈਕਸ਼ਨ ਦੀ ਗੱਲ ਜੋ ਮੰਨੀ ਗਈ ਸੀ ਜਾਂ ਦਿੱਤੀ ਗਈ ਸੀ, ਉਹ ਇੰਡੀਅਨ ਕਾਉਂਸਿਲ ਐਕਟ 1909 ਦੇ ਵਿੱਚ ਦਿੱਤੀ ਗਈ ਸੀ। ਸਭ ਤੋਂ ਇੰਪੋਰਟੈਂਟ ਇਹ ਹੈ ਜੀ ਕਿ ਮੁਸਲਿਮ ਲੀਗ ਨੂੰ ਸੈਪਰੇਟ ਇਲੈਕਟੋਰੇਟ ਦਾ ਅਧਿਕਾਰ ਕਦੋਂ ਦਿੱਤਾ ਗਿਆ ਸੀ, ਤਾਂ ਇੰਡੀਅਨ ਕਾਉਂਸਿਲ ਐਕਟ 1909 ਦੇ ਵਿੱਚ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕਹਿੰਦੇ ਦਾ ਮੈਂਬਰ ਕੁਡ ਡਿਸਕਸ ਦਾ ਬਜਟ ਐਂਡ ਮੂਵ ਦ ਰੈਜ਼ੋਲੂਸ਼ਨ, ਦੇ ਕੁਡ ਆਲਸੋ ਡਿਸਕਸ ਮੈਟਰ ਔਨ ਦਾ ਪਬਲਿਕ ਇੰਟਰਸਟ। ਕਹਿੰਦੇ ਹੁਣ ਬਜਟ ਦੇ ਉੱਤੇ ਪਹਿਲੀ ਵਾਰ ਡਿਸਕਸ਼ਨ ਕਰਨ ਦੀ ਜੋ ਮੰਗ ਸੀ ਉਹ ਕਦੋਂ ਪੂਰੀ ਕੀਤੀ ਗਈ ਸੀ, ਇੰਡੀਅਨ ਕਾਉਂਸਿਲ ਐਕਟ 1909 ਦੇ ਵਿੱਚ। ਬਟ ਹਲੇ ਵੀ ਉਹਨਾਂ ਨੇ ਕਿਹਾ ਸੀ ਕਿ ਬਜਟ ਦੇ ਉੱਤੇ ਤੁਸੀਂ ਵੋਟ ਨਹੀਂ ਕਰ ਸਕਦੇ, ਜਸਟ ਕੀ ਕਰ ਸਕਦੇ ਹੋ, ਡਿਸਕਸ਼ਨ ਕਰ ਸਕਦੇ ਹੋ। ਸੋ ਇਹ ਸੀ ਸਾਡਾ ਇੰਡੀਅਨ ਕਾਉਂਸਿਲ ਐਕਟ 1909 ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਚੀਜ਼ਾਂ ਨੂੰ ਕਨਕਲੂਡ ਕਰਦਾ। ਸੋ ਇਹ ਸਾਡਾ ਅੱਜ ਦਾ ਲੈਕਚਰ ਹੈ। ਹੋਪਫੁਲੀ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਜਿਵੇਂ ਦਾ ਵੀ ਤੁਹਾਨੂੰ ਲੈਕਚਰ ਲੱਗਦਾ ਪਲੀਜ਼ ਆਪਣਾ ਕਮੈਂਟ ਬਾਕਸ ਵਿੱਚ ਆਪਣੇ ਵਿਊਜ਼ ਜ਼ਰੂਰ ਦਿਆ ਕਰੋ, ਤਾਂ ਜੋ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਵਾ ਸਕੀਏ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।